पुत चंगी तरह कर। मैं तो घरों ये सोच के आया सी कि आपकी भैन नूं मिलिया वां ते नाल चार गल्लां हो जाणगियां ते बहुत चिर हो गया तैनूं मिलिया नूं, पर इत्थे तो कोई होर रामलीला चल रही है। सत श्री अकाल मामा जी। चल चल भैन चली जा। तुसीं इस वेले कित्थे जाना? रात इत्थे रुक जाओ। तू मेरी भैन नूं अद्धी रात नूं घरों बाहर कड्ढे ते मैं तेरे कोल इत्थे रात रवां? चल भैन चलिए। मम्मी जी ना जाओ, रुक जाओ। चल भैन पापा ती दादी ने क्यों नहीं रुकिया? मम्मा मम्मा ती दादी ने क्यों जाने दिया? सुनो जी, तुसी मम्मी ਨੂੰ ਸਮਝਾਉਣਾ ਸੀ ਤੇ ਘਰੋਂ ਜਾਣ ਲਈ ਕਹਿਤਾ, ਉੱਤੋਂ ਮਾਮਾ ਜੀ ਨੇ ਤੁਹਾਡੀਆਂ ਸਾਰੀਆਂ ਗੱਲਾਂ ਵੀ ਸੁਣ ਲਈਆਂ। ਚੁੱਪ ਕਰ ਜਾ। ਕਿਵੇਂ ਸਾਰਿਆਂ ਨੇ ਮੇਰਾ ਦਿਮਾਗ ਖਰਾਬ ਕੀਤਾ ਹੋਇਆ। ਵੀਰੇ ਆਪਾਂ ਨੂੰ ਹਨੇਰਾ ਹੋ ਜਾਣਾ। ਮੈਂ ਕਹਿੰਨੀ ਆਪਾਂ ਅਮਨ ਕੇ ਘਰੇ ਨਾ ਰਹਿ ਪਈਏ ਰਾਤ। ਉਹ ਨਹੀਂ ਹੁੰਦਾ ਹਨੇਰਾ ਬਣੂ। ਸਕਲ ਸੁਲਤਾਨਪੁਰ ਤੋਂ ਨਕੁੱਦ ਦਾ ਰਾਹ 1 ਘੰਟੇ ਦਾ ਮਸਾ ਆਪਾਂ ਜਾ ਪਹੁੰਚਣਾ ਵਾ। ਚੱਲ ਤੂੰ ਮੇਰੀ ਭੈਣ ਬੈਠ ਚੱਲੀਏ। ਠੀਕ ਆ ਵੀਰ ਜੀ। ਭੈਣੇ ਤੂੰ ਚਿੰਤਾ ਨਾ ਕਰ, ਤੇਰਾ ਭਰਾ ਜਿਉਂਦਾ ਹਜੇ। ਚੱਲ ਚੱਲੀਏ ਆਪਾਂ। ਭਰਾਵਾਂ ਦੇ ਸਿਰ ਤੇ ਕਾਹਦੀ ਚਿੰਤਾ ਵੀਰੇ। कोई ना तुरया जद नाल सांदे तद तुरिया नाल किताबां। कोई ना तुरया जद नाल सांदे तद तुरिया नाल किताबां। सच्चा राह दिखाउण दी खातर सच्चा राह दिखाउण दी खातर आ जुड़िया नाल किताबां। तुरिया नाल किताबां। ਕੁੜੇ ਕਿਵੇਂ ਨੇ? ਬਾਹਰਲੇ ਬੂਹੇ ਨੂੰ ਕੁੰਡਾ ਲਾਤਾ ਸੀ। ਤੂੰ ਸਾਰਾ ਦਿਨ ਟੀਵੀ ਵਿੱਚ ਵੜੀ ਰਹਿੰਦੀ ਏ, ਕੋਈ ਕੰਮ ਵੀ ਕਰ ਲਿਆ ਕਰ। ਹਨੇਰਾ ਹੋ ਗਿਆ, ਤੂੰ ਬੂਹਾ ਨਹੀਂ ਬੰਦ ਕਰ ਸਕਦੀ ਸੀ? ਹਜੇ ਦੇ 7 ਵਜੇ ਨੇ, ਤੁਸੀਂ ਐਵੇਂ ਨੇਰਾ ਕਰੀ ਜਾਂਦੇ ਹੋ। ਮੈਂ ਆਪੇ ਰੋਟੀ ਖਾ ਕੇ ਬਾਅਦ ਨੂੰ ਬੂਹਾ ਡਰਾਉਂਗੀ। ਅੱਗੇ ਤਾਂ ਤੇਰੇ ਪਿਓ ਨੇ ਆਉਣਾ ਹੁੰਦਾ ਸੀ, ਬੂਹਾ ਖੁੱਲਾ ਰੱਖੀਦਾ ਸੀ। ਤੈਨੂੰ ਪਤਾ ਹੈ ਉਹ ਤੇਰੀ ਭੂਆ ਕੋਲ ਗਿਆ ਹੈ, ਉਸਨੇ ਰਾਤ ਰਹਿਣਾ ਹੈ। ਚੱਲ ਤੂੰ ਰੋਟੀ ਖਾ, ਮੈਂ ਹੀ ਬੂਹਾ ਬੰਦ ਕਰ ਦੂੰਗੀ। ਮੈਂ ਹੀ ਲਾਈ ਬਾਹਰਲਾ ਬੂਹਾ। ਹਾਏ ਕੀ ਹੋਇਆ? ਸਭ ਠੀਕ ਤਾਂ ਹੈ? ਸਭ ਠੀਕ ਆ, ਸਭ ਠੀਕ ਆ। ਭੈਣ ਜੀ ਸੁੱਖ ਤਾਂ ਹੈ? ਸਭ ਠੀਕ ਹੈ? ਭੂਆ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ। ਕਿੰਨੀ ਵੱਡੀ ਹੋ ਗਈ ਆ। ਕਿਰਨ ਦੇ ਪਾਪਾ, ਤੁਸੀਂ ਤਾਂ ਕਹਿੰਦੇ ਸੀ ਭੈਣ ਜੀ ਕੋਲ ਰਾਤ ਰਹਿਣਾ। ਸੁੱਖ ਤਾਂ ਹੈ, ਮੇਰੇ ਦਿਲ ਨੂੰ ਖੋਹ ਜਿਹੀ ਪਈ ਜਾ ਰਹੀ ਆ। ਕੀ ਦੱਸਾਂ, ਸੁਰਜੀਤ ਦੀ ਸੋਚ ਕਿੰਨੀ ਘਟੀਆ। ਮੈਂ ਤਾਂ ਉਸ ਮੁੰਡੇ ਨੂੰ ਸਿਆਣਾ ਸਮਝਦਾ ਸੀ। ਹੈਗਾ ਤਾਂ ਸਿਆਣਾ ਸੀ, ਉਹਨੂੰ ਕੀ ਹੋ ਗਿਆ ਦੱਸੋ? ਗੱਲ ਕੀ ਹੋਣੀ ਸੀ? ਕਹਿੰਦਾ ਮੈਂ ਕੁੜੀ ਨੂੰ ਇੰਨੇ ਪੈਸੇ ਲਾ ਕੇ ਅੰਗਰੇਜ਼ੀ ਸਕੂਲ 'ਚ ਪੜਾਉਣਾ, ਤੇ ਬੀਬੀ ਕਹਿੰਦਾ ਉਹਨੂੰ ਪੰਜਾਬੀ ਦੀਆਂ ਕਵਿਤਾਵਾਂ ਪੜਾਉਂਦੀ ਰਹਿੰਦੀ ਆ। ਤੇ ਉਹਦੇ ਨਾਲੇ ਪੰਜਾਬੀ ਤੋਂ ਵੀ ਖਾਰ ਖਾਂਦਾ ਵਾ।
ਪੰਜਾਬੀ ਤਾਂ ਆਪਣੀ ਮਾਂ ਬੋਲੀ ਹੈ, ਭਲਾ ਇਹਨੂੰ ਪੜਨ ਤੋਂ ਕੌਣ ਰੋਕ ਸਕਦਾ ਹੈ। ਕਿਰਨ ਵੀ ਆਪਣੀ ਅੰਗਰੇਜ਼ੀ ਸਕੂਲ 'ਚ ਪੜ੍ਹੀ ਆ ਤੇ ਉਹ ਵੀ ਪੰਜਾਬੀ ਦੀਆਂ ਕਿਤਾਬਾਂ ਪੜ੍ਹਦੀ ਰਹਿੰਦੀ ਹੈ। ਇਹਦੇ ਵਿੱਚ ਭਲਾ ਕੀ ਗੱਲ ਹੈ। ਐਵੇਂ ਮੁੰਡਿਆ ਦਿਮਾਗ ਖਰਾਬ ਹੋਇਆ, ਇਹਨਾਂ ਨੂੰ ਮੈਂ ਚਲਾ ਗਿਆ ਤੇ ਮੈਂ ਸਭ ਸੁਣ ਲਿਆ ਤੇ ਮੈਂ ਭੈਣ ਨੂੰ ਨਾਲ ਲੈ ਆਇਆ। ਚਲੋ ਚੰਗਾ ਕੀਤਾ, ਨਾਲੇ ਗੁੱਸਾ ਠੰਡਾ ਹੋ ਜਾਊਗਾ। ਭਾਬੀ ਮੈਨੂੰ ਇਹ ਉਮੀਦ ਨਹੀਂ ਸੀ ਵੀ ਸੁਰਜੀਤ ਇਹ ਕੁਛ ਕਰੇਗਾ। ਚਲੋ ਭੈਣ ਜੀ, ਦਿਲ ਛੋਟਾ ਨਾ ਕਰੋ। ਆਪਾਂ ਰੋਟੀ ਬਣਾਉਣੇ ਆ, ਫਿਰ ਖਾ ਕੇ ਫਿਰ ਗੱਲਾਂ ਬਾਤਾਂ ਕਰਾਂਗੇ। ਕਿਰਨ ਚੱਲ ਰੋਟੀ ਬਣਾਈ ਲਓ। ਚੱਲ ਭੈਣੇ, ਕੋਈ ਫਿਕਰ ਨਾ ਕਰ। ਕੀ ਸੋਚਦੀ ਕੀ ਪਈ ਹੈ ਤੂੰ? ਵੀਰੇ ਫਿਕਰ ਕਿਵੇਂ ਨਾ ਕਰਾਂ, ਗੱਲ ਫਿਕਰ ਵਾਲੀ ਆ। ਅੱਜ ਕੱਲ੍ਹ ਲੋਕੀ ਪੰਜਾਬੀ ਸਾਹਿਤ ਤੋਂ ਇੰਨਾ ਕੁ ਦੂਰ ਜਾ ਚੁੱਕੇ ਆ ਕਿ ਜੇ ਕਿਸੇ ਦੇ ਘਰ ਵਿੱਚ ਕੋਈ ਪੰਜਾਬੀ ਸਾਹਿਤ ਪੜ੍ਹਦਾ ਜਾਂ ਲਿਖਦਾ ਹੈ ਤੇ ਦੂਸਰੇ ਜੀ ਉਹਨੂੰ ਚੰਗਾ ਨਹੀਂ ਸਮਝਦੇ। ਗੱਲ ਤਾਂ ਤੇਰੀ ਸਹੀ ਹੈ ਉਹਨੂੰ ਕੀਤਾ ਵੀ ਕੀ ਜਾ ਸਕਦਾ। ਫਿਰ ਦੂਸਰੀ ਗੱਲ ਇਹ ਵੀ ਲੋਕੀ ਵੱਡੀਆਂ ਵੱਡੀਆਂ ਕੋਠੀਆਂ ਤੇ ਪਾ ਲੈਂਦੇ ਆ, ਪਰ ਕੋਠੀਆਂ ਦੇ ਵਿੱਚ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਘੱਟ ਹੀ ਲੋਕ ਰੱਖਦੇ ਨੇ, ਤੇ ਜੇ ਕੋਈ ਰੱਖਦਾ ਵੀ ਆ ਉਹ ਵੀ ਕੋਠੀ ਦੇ ਬਣੇ ਸਟੋਰ ਤੇ ਕਿਸੇ ਖੂੰਜੇ ਦੇ ਵਿੱਚ ਰੱਖਦੇ ਆ, ਤੇ ਜਿਹੜੀਆਂ ਜੁੱਤੀਆਂ ਨੇ ਉਹ ਸ਼ੀਸ਼ਿਆਂ 'ਚ ਅਲਮਾਰੀਆਂ 'ਚ ਲਾਈਨਾਂ ਬੰਨ ਲਾਈਆਂ ਹੁੰਦੀਆਂ ਨੇ। ਭੈਣੇ ਗੱਲ ਤਾਂ ਤੇਰੀ 16 ਨੇ ਸੱਚ ਆ, ਇੱਥੇ ਸੋਚ ਵਿਚਾਰ ਕਰਨੀ ਬਣਦੀ ਆ, ਪਰ ਅੱਜ ਕੱਲ੍ਹ ਕੋਈ ਇਹਨਾਂ ਬਾਰੇ ਸੋਚਦਾ ਹੀ ਨਹੀਂ, ਇਹਨਾਂ ਗੱਲਾਂ ਬਾਰੇ ਸੋਚਦਾ ਹੀ ਨਹੀਂ। ਜਦ ਕਿ ਵਿਦੇਸ਼ਾਂ ਵਿੱਚ ਮੈਂ ਅਕਸਰ ਅਸੀਂ ਦੇਖਿਆ ਤੇ ਸੁਣਿਆ ਹੈ ਕਿ ਹਰ ਇੱਕ ਮੁਲਕ ਆਪਣੀ ਆਪਣੀ ਭਾਸ਼ਾ ਬਚਾਉਣ ਦੇ ਯਤਨਾਂ ਦੇ ਵਿੱਚ ਹੈ ਤੇ ਸਾਥ ਵੀ ਯਤਨ ਕਰ ਵੀ ਰਹੇ ਆ। ਪਰ ਸਾਡੇ ਪੰਜਾਬ ਨੂੰ ਪਤਾ ਨਹੀਂ ਕਿਹੜੀ ਪ੍ਰੋਬਲਮ, ਕਿਹੜੀ ਬਿਮਾਰੀ ਲੱਗ ਗਈ ਹੈ ਕਿ ਅਸੀਂ ਆਪਣੀ ਪੰਜਾਬੀ ਨੂੰ ਕੋਈ ਪਿਆਰ ਹੀ ਨਹੀਂ ਕਰਦੇ। ਇਹ ਗੱਲ ਤੇਰੀ ਬਿਲਕੁਲ ਸਹੀ ਹੈ। ਬਸ ਇਹੀ ਤਾਂ ਗੱਲ ਫਿਕਰ ਵਾਲੀ ਆ ਵੀਰ ਜੀ। ਕਦੋਂ ਦਾ ਖਿਲਾਓਗੇ? ਆਪਾਂ ਲੈ ਆਵਾਂਗੇ ਮੰਮੀ ਨੂੰ। ਸਵੇਰੇ ਖਿਲਾਓ। ਹਾਂ, ਸੌਂ ਜਾ, ਸਵੇਰੇ ਸਕੂਲ ਵੀ ਜਾਣਾ, ਸੌਂ ਜਾ। ਭਾਬੀ ਜੀ ਅੱਜ ਕੱਲ੍ਹ ਕਿਰਨ ਕਰਦੀ ਕੀ ਪਈ ਆ? ਕਿਰਨ ਨੂੰ ਵੀ ਪੜਨ ਦਾ ਬਹੁਤ ਸ਼ੌਂਕ ਆ ਤੇ ਤੇਰੇ ਵਾਂਗੂ ਲਿਖ ਵੀ ਲੈਂਦੀ ਆ। ਭਾਈ ਕਿਰਨ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਆ, ਇਹ ਤਾਂ ਮੈਨੂੰ ਪਤਾ ਸੀਗਾ, ਪਰ ਇਹਨੂੰ ਲਿਖਣ ਦਾ ਵੀ ਸ਼ੌਂਕ ਆ, ਇਹ ਮੈਨੂੰ ਹੁਣ ਜਾਣ ਕੇ ਬੜੀ ਖੁਸ਼ੀ ਹੋਈ ਹੈ। ਭੂਆ ਜੀ, ਤਾਂ ਹੀ ਤਾਂ ਮੈਂ ਤੁਹਾਨੂੰ ਆਨਲਾਈਨ ਫੋਨ ਕਰਦੀ ਹੁੰਦੀ ਸੀਗੀ ਕਿ ਮੈਂ ਕੁਝ ਲਿਖਿਆ ਆ, ਤੁਹਾਨੂੰ ਪੜਾਉਣਾ ਹੈ। ਮੈਨੂੰ ਤੇ ਕਿਰਨ ਬੜੀ ਖੁਸ਼ੀ ਹੋਈ ਹੈ ਜਾਣ ਕੇ। ਤੇ ਵਿਖਾ ਕੇ ਕੀ ਲਿਖਿਆ ਵਾ ਸਾਡੀ ਕਿਰਨ ਨੇ? ਭਾਈ ਕਿਰਨ ਤੂੰ ਤੇ ਬਹੁਤ ਸੋਹਣੀਆਂ ਕਵਿਤਾਵਾਂ ਲਿਖੀਆਂ ਨੇ। ਭੂਆ ਜੀ, ਮੈਂ ਵੀ ਤੁਹਾਡੇ ਨਾਲ ਕਵੀ ਦਰਬਾਰ 'ਚ ਜਾਇਆ ਕਰਨਾ, ਮੈਨੂੰ ਵੀ ਬੜਾ ਸ਼ੌਂਕ ਆ। ਅੱਛਾ ਉਹ ਮੈਂ ਤੈਨੂੰ ਜ਼ਰੂਰ ਲਿਜਾਇਆ ਕਰੂੰਗੀ ਕਵੀ ਦਰਬਾਰ 'ਚ। ਜਿਹੜੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਆ ਉਹ ਮੈਨੂੰ ਬਹੁਤ ਵਧੀਆ ਲੱਗਦੇ ਨੇ। ਹਾਂ, ਵਧੀਆ ਗੱਲ ਹੈ ਭੈਣੇ। ਪੰਜਾਬੀ ਤਾਂ ਆਪਣੇ ਗੁਰੂਆਂ ਪੀਰਾਂ ਦੀ ਭਾਸ਼ਾ ਹੈ, ਆਪਾਂ ਨਾਲੇ ਸਾਰੇ ਪੰਜਾਬੀ 'ਚ ਗੱਲ ਕਰਦੇ ਹਾਂ। ਚਲੋ ਚੰਗਾ ਹੋਇਆ, ਅੱਗੇ ਘਰ 'ਚ ਕਲਕਾਰੀ ਸੀ, ਹੁਣ ਦੋ ਹੋ ਗਈਆਂ। ਵੀਰ ਜੀ, ਜੇ ਕਿਰਨ ਨੂੰ ਲਿਖਣ ਦਾ ਸ਼ੌਂਕ ਪੈ ਹੀ ਗਿਆ ਹੈ ਨਾ, ਤੇ ਆਪਾਂ ਇਹਦੇ ਵਾਸਤੇ ਕੋਈ ਲਿਖਾਰੀ ਮੁੰਡਾ ਹੀ ਲੱਭਾਂਗੇ। ਪਰ ਚੰਗਾ ਭੈਣੇ, ਇਸ ਕੰਮ ਦੀ ਡਿਊਟੀ ਮੈਂ ਤੇਰੀ ਲਾਉਣਾ। ਵੀਰੇ, ਜਦੋਂ ਇਹ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਨਾ ਤੇ ਮੈਂ ਇਸ ਨੂੰ ਨਿਭਾਵਾਂਗੀ ਚੰਗੀ ਤਰ੍ਹਾਂ। ਸੁਣੋ ਜੀ, ਅੱਜ ਦੀਪ ਨੂੰ ਮਸਾਂ ਸਕੂਲ ਭੇਜਿਆ, ਜਾਂਦੀ ਨਹੀਂ ਸੀ। ਮੰਮੀ ਨੂੰ ਯਾਦ ਕਰਕੇ ਅੱਧੀ ਰਾਤ ਤੱਕ ਰੋਂਦੀ ਰਹੀ ਤੇ ਮੰਮੀ ਦੀਆਂ ਕਿਤਾਬਾਂ ਵੀ ਨਾਲ ਲੈ ਕੇ ਸੌਂ। ਕੋਈ ਨਾ, ਇੱਕ ਦੋ ਦਿਨ ਵਿੱਚ ਸਭ ਠੀਕ ਹੋ ਜਾਊਗਾ। ਜਾ ਤੂੰ ਜ਼ਿਆਦਾ ਕੱਪ ਲੈ ਕੇ ਆ।
ਤੁਸੀਂ ਅੱਜ ਦਫ਼ਤਰ ਨਹੀਂ ਜਾਣਾ? ਅੱਜ ਮੈਨੂੰ ਦਫ਼ਤਰ ਤੋਂ ਛੁੱਟੀ ਆ। ਅੱਛਾ, ਮੈਂ ਚਾਹ ਬਣਾ ਕੇ ਲਿਆਉਂਦੀ। ਹੋਰ ਵੀਰੇ ਪੜ੍ਹੀ ਜਾਂਦੇ ਅਖਬਾਰ? ਆਹੋ ਯਾਰ, ਬਹਿ ਜਾ ਮੇਰਾ। ਬਾਈ ਜੀ ਮੈਂ ਨਾ ਕਿਤਾਬ ਲੈਣ ਆਇਆ ਸੀਗਾ ਤੇ ਬੀਬੀ ਜੀ ਨਹੀਂ ਦਿਖਾਈ ਦਿੰਦੇ ਕਿਤੇ। ਬੀਬੀ ਜੀ ਕੱਲ ਦੀ ਗੁੱਸੇ ਵਿੱਚ ਮਾਮੇ ਨਾਲ ਨਾਨਕੇ ਚਲੀ ਗਈ ਏ। ਕਿਉਂ, ਕਿਹੜੀ ਗੱਲੋਂ? ਕਿੰਨੀਆਂ ਹੀ ਪੰਜਾਬੀ ਦੀਆਂ ਕਿਤਾਬਾਂ ਘਰ 'ਚ ਲਿਆ ਰੱਖੀਆਂ ਨੇ। ਦੀਪ ਦਾ ਧਿਆਨ ਆਪਣੀ ਪੜ੍ਹਾਈ ਵਿੱਚ ਘੱਟ ਲੱਗਦਾ ਏ। ਅਸੀਂ ਉਸ ਨੂੰ ਕਨਵੈਂਟ ਸਕੂਲ ਵਿੱਚ ਪੜ੍ਹਾ ਰਹੇ ਹਾਂ। ਮੇਰੇ ਕੋਲੋਂ ਬੀਬੀ ਨੂੰ ਉੱਚਾ ਨੀਵਾਂ ਬੋਲਿਆ ਗਿਆ। ਬਾਈ ਜੀ ਜੋ ਵੀ ਹੋਇਆ ਨਾ ਠੀਕ ਨਹੀਂ ਹੋਇਆ। ਸਾਡੇ ਵਾਸਤੇ ਜਿਹੜੀ ਹੈ ਨਾ ਇਹ ਮਾਣ ਵਾਲੀ ਗੱਲ ਹੈ ਕਿ ਬੀਬੀ ਜੀ ਪੰਜਾਬੀ ਭਾਸ਼ਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਆ ਜਾ ਅਮਨ, ਨਾਲੇ ਗੱਲਬਾਤ ਕਰਦੇ ਤੇ ਨਾਲੇ ਅੰਦਰ ਬਹਿ ਕੇ ਚਾਹ ਪੀਂਦੇ ਆ। ਚਲੋ। ਜੀ ਚਾਹ ਲੈ ਕੇ ਆ ਵੀ, ਆਪਣਾ ਅਮਨ ਆਇਆ ਇਹ ਨਾਲ। ਅਭੀ ਮੱਥਾ ਟੇਕਦੇ। ਜਿਉਦਾ ਰਹਿਣਾ ਵਾ। ਆ ਲੈ ਭਾਬੀ ਜੀ ਮੇਰੀ ਨਾ ਇੱਕ ਤੁਹਾਨੂੰ ਸਲਾਹ ਵਾ, ਮੈਂ ਤੇ ਤੁਸੀਂ ਜਾ ਕੇ ਬੀਬੀ ਜੀ ਨੂੰ ਲੈ ਆਈਏ, ਕਿਉਂਕਿ ਤੁਹਾਨੂੰ ਪਤਾ ਮੇਰੇ ਤੇ ਮੰਮੀ ਨਹੀਂ ਹੈਗੇ। ਮੇਰੀ ਤਾਂ ਜ਼ਿੰਦਗੀ ਦੇ ਵਿੱਚ ਹਨੇਰਾ ਵਾ, ਠੀਕ ਹੈ। ਆਪਾਂ ਭਾਵੇਂ ਖੂਨ ਦਾ ਰਿਸ਼ਤਾ ਨਹੀਂ ਹੈਗਾ, ਪਰ ਮੈਂ ਤੁਹਾਨੂੰ ਕਦੇ ਵੀ ਬਗਾਨਿਆਂ ਵਾਂਗ ਨਹੀਂ ਸਮਝਿਆ, ਆਪਣਿਆਂ ਤੋਂ ਵੱਧ ਸਮਝਿਆ ਹੈ। ਹਾਂ ਭਰਾਵਾ, ਚੱਲਾਂਗੇ ਆਪਾਂ। ਦੀਪ ਜੀ ਨਹੀਂ ਲਾਉਂਦੀ ਮੰਮੀ ਤੋਂ ਬਿਨਾਂ। ਅਸੀਂ ਤੇਰੀ ਗੱਲ ਨਾਲ ਸਹਿਮਤ ਹਾਂ। ਬੀਬੀ ਬਿਨਾਂ ਤਾਂ ਘਰ ਬਿਲਕੁਲ ਖਾਲੀ ਖਾਲੀ ਜਿਹਾ ਲੱਗਦਾ ਵਾ। ਚੰਗਾ ਬਾਈ ਜੀ, ਮੈਂ ਚੱਲਦਾ ਹੈ। ਤੇ ਭਾਬੀ ਜੀ ਮੈਨੂੰ ਨਾ ਕੋਈ ਕਿਤਾਬ ਦੇ ਦਿਓ ਪੜ੍ਹਨ ਵਾਸਤੇ। ਆ ਪਈਆਂ ਕਿਤਾਬਾਂ ਵੀਰੇ, ਜਿਹੜੀ ਲਿਜਾਣੀ ਲੈ ਜਾ। ਵੀਰੇ ਪਹਿਲਾਂ ਮੈਂ ਜਦੋਂ ਆਉਂਦਾ ਸੀ ਨਾ ਕਿਤਾਬਾਂ ਨਾਲ ਘਰ ਭਰਿਆ ਰਹਿੰਦਾ ਸੀਗਾ। ਭਰਾਵਾ ਤੇਰੀ ਭਾਬੀ ਨੇ ਕੱਲ ਕਬਾੜੀਏ ਨੂੰ ਵੇਚ ਦਿੱਤੀਆਂ ਕਿਤਾਬਾਂ। ਹੈ ਸਾਹਿਤ ਦੀਆਂ ਕਿਤਾਬਾਂ ਵੇਚ ਦਿੱਤੀਆਂ? ਵਾਹ ਜੀ ਵਾਹ, ਮੇਰਾ ਦੀਪ ਪੁੱਤ ਵੀ ਮੈਨੂੰ ਮਿਲ ਗਿਆ। ਮੇਰੇ ਪੁੱਤ ਨੂੰ ਤਾਂ ਬੁਖਾਰ ਹੋਇਆ ਪਿਆ ਬਹੁਤ। ਕੀ ਹੋਇਆ ਦੀਪਤ? ਇਹਨੂੰ ਤਾਂ ਬੁਖਾਰ ਆ, ਚਲੋ ਇਹਨੂੰ ਡਾਕਟਰ ਕੋਲ ਦਵਾਈ ਦਵਾ ਲਈਏ। ਉਦੋਂ ਤਾਂ ਠੀਕ ਆ। ਦਾਦੀ ਨੇ ਸਵੇਰੇ ਲੈ ਆਇਆ। ਪੁੱਤ ਦਾ ਬੁਖਾਰ ਉਤਰ ਗਿਆ, ਹੁਣ ਠੀਕ ਹੈ ਮੇਰਾ ਪੁੱਤ। ਪਰ ਉਧਰ ਨਾ ਆਉਂ। ਹਾਂ ਪੁੱਤ, ਆਪਾਂ ਜਾਵਾਂਗੇ ਲੈਣ। ਚੁੱਪ ਕਰ ਮੇਰਾ ਪੁੱਤ। ਸਤਿ ਸ਼੍ਰੀ ਅਕਾਲ ਭਾਬੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਆਖਾਂ ਦੀਪ ਦਾ ਪਤਾ ਲੈ ਆਵਾਂ, ਬੜੀ ਚਿੰਤਾ ਹੋਈ ਜਾ ਰਹੀ ਸੀਗੀ। ਹਾਂ ਹੁਣ ਪੁੱਤ ਦਾ ਬੁਖਾਰ ਉਤਰ ਗਿਆ ਹੈ। ਅੱਛਾ ਭਾਬੀ ਜੀ, ਆਪਾਂ ਇਦਾਂ ਕਰੀਏ ਕਿ ਦਿਨ ਚਲੇ ਜਾਣਾ ਮੈਂ ਵੀ ਤੁਹਾਡੇ ਨਾਲ, ਤੇ ਆਪਾਂ ਬੀਬੀ ਜੀ ਨੂੰ ਲੈ ਆਈਏ। ਦੇਖੋ ਕਿਵੇਂ ਪੁੱਤ ਦਾ ਮੂੰਹ ਉਤਰਿਆ ਪਿਆ ਵਾ, ਹਨਾ, ਨਾਲੇ ਅੱਖਾਂ ਕਿਵੇਂ ਉਤਰੀਆਂ ਪਈਆਂ ਨੇ ਇਹਦੀਆਂ ਦਾਦੀ ਤੋਂ ਬਗੈਰ। ਭਰਾ ਗੱਲ ਤਾਂ ਤੇਰੀ ਠੀਕ ਆ, ਆਪਾਂ ਚੱਲਾਂਗੇ। ਅੱਛਾ ਭਾਬੀ ਜੀ, ਜਿਸ ਦਿਨ ਵੀ ਜਾਣਾ ਹੋਇਆ ਨਾ ਤੇ ਮੈਨੂੰ ਤੁਸੀਂ ਫੋਨ ਲਾ ਦਿਓ, ਮੈਂ ਆ ਜਾਵਾਂਗਾ ਤੇ ਫਿਰ ਆਪਾਂ ਜਾ ਕੇ ਬੀਬੀ ਜੀ ਨੂੰ ਲੈ ਆਵਾਂਗੇ। ਚਲੋ ਠੀਕ ਆ ਫਿਰ ਭਾਬੀ ਜੀ, ਮੈਂ ਹੁਣ ਚੱਲਦਾ ਹਾਂ ਵੀਰੇ। ਪਾਪਾ ਦਾਦੀ ਨੇ ਫੋਨ ਤੇ ਗੱਲ ਕਰਾ ਤਾ ਮੇਰੇ। ਹਾਂ ਪੁੱਤ, ਮੈਂ ਕਰਾ ਦਿੰਦਾ, ਹੁਣੇ ਲਾਉਂਦਾ ਫੋਨ। ਹੈਲੋ।
ਹਾਂਜੀ ਮਾਮਾ ਜੀ, ਸਤਿ ਸ਼੍ਰੀ ਅਕਾਲ ਜੀ। ਪੈਰੀ ਪੈਂਦੇ ਆ। ਮੰਮੀ ਨਾਲ ਗੱਲ ਕਰਾਂਗੇ ਜੀ, ਦੀਪ ਨੇ ਗੱਲ ਕਰਨੀ। ਹਲੇ ਦੀਪ ਪੁੱਤ। ਮੰਮੀ ਆ ਫੇਰ ਕਿਤਾਬਾਂ ਚਾਹੀਆਂ, ਫੇਰ ਕਿਤਾਬਾਂ ਚਾਹੀਆਂ। ਮੇਰੀ ਬੱਚੀ ਨੇ ਸਕੂਲੇ ਪੰਜਾਬੀ ਚ ਮੇਰੀ ਬੱਚੀ ਨੇ ਸਕੂਲੇ ਪੰਜਾਬੀ। ਮੰਮੀ ਆ ਫੇਰ ਕਿਤਾਬਾਂ ਚਾਹੀਆਂ, ਫੇਰ ਕਿਤਾਬਾਂ। ਐਵੇਂ ਨਾ ਚੱਕੀ ਲਿਆਇਆ ਕਰ, ਐਵੇਂ ਨਾ ਚੱਕੀ ਲਿਆਇਆ ਕਰ, ਐਵੇਂ ਨਾ ਚੱਕੀ ਨਾ ਲਿਆਇਆ ਕਰ, ਐਵੇਂ ਨਾ ਚੱਕੀ। ਹਾਂਜੀ ਹਾਂਜੀ ਸਰ। ਹਾਂਜੀ ਪਰਮਜੀਤ, ਹਾਂਜੀ। ਅੱਜ ਦੀਪ ਦੇ ਸਕੂਲ ਚੋਂ ਫੋਨ ਆਇਆ। ਅੱਛਾ, ਕੀ ਕਹਿੰਦੇ ਸਕੂਲ ਵਾਲੇ? ਦੀਪ ਨੇ ਪੰਜਾਬੀ ਦੀਆਂ ਕਵਿਤਾਵਾਂ ਸੁਣਾਈਆਂ। ਟੀਚਰ ਕਹਿੰਦੇ ਬਹੁਤ ਸੋਹਣੀਆਂ ਲੱਗੀਆਂ ਸਾਨੂੰ। ਅਗਲੇ ਹਫਤੇ ਬੀਬੀ ਜੀ ਦੇ ਸਨਮਾਨ ਵਾਸਤੇ ਸਪੈਸ਼ਲ ਬੀਬੀ ਜੀ ਦੀ ਪ੍ਰੋਗਰਾਮ ਸਕੂਲ 'ਚ ਰੱਖਿਆ ਗਿਆ, ਬੀਬੀ ਦਾ ਸਨਮਾਨ ਕਰਨਾ। ਅੱਛਾ, ਇਹ ਤਾਂ ਬਹੁਤ ਵਧੀਆ ਗੱਲ ਆ। ਹਾਏ ਓ ਮੇਰੇ ਰੱਬਾ, ਲੋਕ ਬੀਬੀ ਦਾ ਮਾਨ ਸਨਮਾਨ ਕਰਦੇ ਨੇ ਤੇ ਮੈਂ ਉਸ ਨੂੰ ਘਰੋਂ ਹੀ ਕੱਢ ਦਿੱਤਾ। ਸਤਿ ਸ਼੍ਰੀ ਅਕਾਲ ਮਾਮਾ ਜੀ। ਸਤਿ ਸ਼੍ਰੀ ਅਕਾਲ। ਕਾਕਾ ਲੱਗ ਗਿਆ ਤੇਰਾ ਟਾਈਮ। ਹਾਂਜੀ ਮਾਮਾ ਜੀ, ਟਾਈਮ ਲੱਗਣਾ ਸੀ। ਦੀਪ ਆਪਣੀ ਦਾਦੀ ਤੋਂ ਬਿਨਾਂ ਦਿਲ ਨਹੀਂ ਲਾਉਂਦੀ ਤੇ ਮੈਨੂੰ ਵੀ ਘਰ ਵੱਡ ਖਾਂਦਾ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਮੈਂ ਤਾਂ ਐਵੇਂ ਬਸ ਪਤਾ ਨਹੀਂ ਦਿਮਾਗ ਖਰਾਬ ਹੋ ਗਿਆ। ਚੱਲ ਕੋਈ ਨਾ ਪੁੱਤ, ਇੰਨਾ ਹੀ ਬਹੁਤ ਹੈ ਕਿ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਨਾਲੇ ਨੌਵਾਂ ਤੋਂ ਮਾਸ ਕਦੋਂ ਵੱਖ ਹੁੰਦਾ ਹੈ। ਚੱਲ ਪੁੱਤ, ਅੱਗੇ ਤੋਂ ਧਿਆਨ ਰੱਖੀ, ਆਪਣੇ ਘਰ ਵਸੋ, ਸੁਖੀ ਵਸੋ ਤੇ ਆਪਣੀ ਮਾਂ-ਬਾਪ ਦੀ ਇੱਜ਼ਤ ਕਰੋ। ਇਹੀ ਤਾਂ ਸਰਮਾਇਆ ਆਪਣੇ ਕੋਲ ਬਾਕੀ ਹੈ ਪੁੱਤਰ। ਮਾਮਾ ਜੀ, ਹੁਣ ਮੈਨੂੰ ਪਤਾ ਲੱਗ ਗਿਆ ਕਿ ਮੇਰੀ ਧੀ ਵੀ ਕਿਤਾਬਾਂ ਤੋਂ ਬਿਨਾਂ ਨਹੀਂ ਜੀ ਸਕਦੀ ਤੇ ਮੇਰੀ ਮਾਂ ਵੀ ਨਹੀਂ ਜੀ ਸਕਦੀ। ਮੈਨੂੰ ਵੀ ਬਹੁਤ ਆਪਣੇ ਆਪ ਨੂੰ ਦਿਲ ਨੂੰ ਠੇਸ ਲੱਗੀ। ਸ਼ਾਬਾਸ਼ ਪੁੱਤਰ, ਮੈਨੂੰ ਉਮੀਦ ਸੀ ਕਿ ਸ਼ਾਇਦ ਤੂੰ ਇੱਕ ਨਾ ਇੱਕ ਦਿਨ ਆਪਣੇ ਸਹੀ ਰਸਤੇ ਤੇ ਵਾਪਸ ਜ਼ਰੂਰ ਆਏਗਾ। ਮਾਮਾ ਜੀ, ਅਸੀਂ ਮੰਮੀ ਨੂੰ ਲੈਣ ਆਏ ਹਾਂ। ਇਹ ਤਾਂ ਹੁਣ ਇੱਥੇ ਡਿਪੈਂਡ ਹੈ, ਭੈਣ ਤੂੰ ਵੀ ਕਹਿਨੀ ਹੈ। ਦਾਦੀ ਜੀ
ਚੱਲ ਭੈਣ, ਹੁਣ ਤੇ ਤੈਨੂੰ ਤੇਰੀ ਪੋਤੀ ਵੀ ਲੈਣ ਆ ਗਈ ਹੈ, ਹੁਣ ਤੇ ਤੇਰਾ ਜਾਣਾ ਬਣਦਾ ਹੈ। ਵੀਰੇ ਜੇ ਉਹ ਗੁੱਸਾ ਭੁਲਾ ਕੇ ਆ ਹੀ ਗਏ ਆ ਤੇ ਚਲੋ ਫਿਰ ਮੈਂ ਵੀ ਜਾਣ ਲਈ ਤਿਆਰ ਆ। ਮੈਂ ਵੀ ਆਪਣੇ ਘਰ ਹੀ ਜਾਣਾ, ਮੈਂ ਕਿੱਥੇ ਜਾਣਾ ਹੈ। ਬਿਲਕੁਲ ਬਿਲਕੁਲ। ਲੈ ਵੀ ਸੁਰਜੀਤ ਸਿੰਘ, ਹੁਣ ਅੱਗੇ ਵਾਸਤੇ ਧਿਆਨ ਰੱਖਣਾ, ਆਪਣੇ ਘਰ ਸੁਖੀ ਵਸੋ, ਠੀਕ ਹੈ। ਚੰਗਾ ਜੀ ਮਾਮਾ ਜੀ, ਫਿਰ ਚੱਲਦੇ ਹਾਂ ਜੀ। ਚਲੋ ਵੀਰੇ ਮੈਂ ਚੱਲਦੀ ਹਾਂ ਆਪਣੇ ਘਰ। ਚਲ ਠੀਕ ਆ ਭੈਣ। ਸ਼ੁਕਰ ਹੈ ਮਾਲਕਾ, ਧੀਆਂ ਆਪਣੇ ਘਰ ਹੀ ਵਸਦੀਆਂ ਚੰਗੀਆਂ ਲੱਗਦੀਆਂ ਨੇ। ਸ਼ੁਕਰ ਹੈ ਤੇਰਾ, ਲੱਖ ਲੱਖ ਸ਼ੁਕਰ। ਦਾਦੀ ਜੀ ਕੱਲ ਸਾਰੇ ਸਕੂਲ ਜਾਣਾ। ਤੇ ਪਰ ਪਤਾ ਪਕਾ ਤੋ ਜਾਣਾ ਸਾਰੇ ਨੇ ਸਕੂਲ। ਸਾਡੀ ਮੈਡਮ ਜੀ ਨੇ ਨਾਮ ਦੇਣਾ। ਬੀਬੀ ਜੀ ਦੀਪ ਠੀਕ ਕਹਿੰਦੀ ਏ, ਕੱਲ ਨੂੰ ਸਕੂਲ ਵਿੱਚ ਤੁਹਾਡਾ ਮਾਨ ਸਨਮਾਨ ਹੋਣਾ ਹੈ। ਪੁੱਤ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਵੇ ਤੇ ਉਸ ਨੂੰ ਭੁੱਲਿਆ ਨਹੀਂ ਕਹਿੰਦੇ। ਤੁਸੀਂ ਕਿਤਾਬਾਂ ਨੂੰ ਸਮਝਣ ਲੱਗ ਪਏ ਤੇ ਮੇਰੇ ਲਈ ਇਹੀ ਸਭ ਤੋਂ ਵੱਡਾ ਮਾਨ ਸਨਮਾਨ ਆ।